ਛੋਟੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ। ਤੇ ਹੁਣ ਅਸੀਂ ਜਿਹੜਾ ਆ ਅੱਗੇ ਪ੍ਰੋਗਰਾਮ ਨੂੰ ਵਧਾਉਂਦੇ ਹਾਂ। ਤੇ ਰੂਹੀ ਜੀ ਇੱਕ ਗੱਲ ਹੋਰ ਹੈ, ਅਸੀਂ ਆਪਣੀ ਈਗੋ ਦੇ ਵਿੱਚ ਕਿੰਨਾ ਕੁ ਜਿਹੜਾ ਆ ਮਦਮਸਤ ਹੋ ਜਾਂਦੇ ਆ, ਜਾਂ ਮਤਲਬ ਸਾਨੂੰ ਜੀ ਥੋੜੀ ਜਿਹੀ ਜਿਹੜੀ ਆ ਪੈਸਿਆਂ ਦੀ ਦੌਲਤ ਸ਼ੌਹਰਤ ਜਿਹੜੀ ਹੁੰਦੀ ਆ ਸਾਡੀ, ਉਹ ਮਨ ਦੇ ਵਿੱਚ ਜਿਹੜੀ ਆ ਇਸ ਤਰ੍ਹਾਂ ਸਾਡੇ ਘਰ ਕਰ ਜਾਂਦੀ ਆ ਕਿ ਸਾਨੂੰ ਜਿਹੜਾ ਆ ਦੂਸਰਾ ਬੰਦਾ ਜਿਹੜਾ ਤੁੱਛ ਦਿਖਦਾ ਆ ਜੀ, ਕਿ ਨਹੀਂ ਰੂਹੀ ਜੀ? ਸਾਨੂੰ ਪਰਮਾਤਮਾ ਦਾ ਦਿੱਤਾ ਜਿਹੜਾ ਆ, ਚਾਹੇ ਉਹ ਥੋੜਾ ਦਿੱਤਾ ਹੋਵੇ ਚਾਹੇ ਉਹ ਜ਼ਿਆਦਾ ਦਿੱਤਾ ਹੋਵੇ, ਤੇ ਜਿਹੜਾ ਆ उसका शुकराना करना चाहिए, वो जिहड़ा आ सबर करना चाहिए उसका। पर कुछ लोग जिहड़े आ इस सबर नूं संतोख नूं उसकी दित्ती हुई दात नूं जिहड़ा आ अपने अंदर जिहड़ा निघार नहीं सकते, अपने अंदर जिहड़ा आ उहनूं सहन नहीं कर सकते। इस तरह एक छोटी जी जिहड़ी आ एक सिक्ख्या वजों जिहड़ी घटना जिहड़ी तुहाडे नाल मैं साझी कर रहा, सिर्फ ये एक समझण वास्ते आ, ये कोई जिहड़ी आ किसी दे जीवन दे आधारित जिहड़ी आ घटना नहीं है, सिर्फ एक समझण वास्ते आ कि जिहड़ा आ इस तरह दा एक जिहड़ा आ घटना नूं समझ के असीं अपनी जिंदगी दे विच भी झात मार के देखणी आ कि किते जिहड़ा आ असीं भी इहो जे अहंकार दे विच जिहड़े सड़ तां नहीं रहे, जां साडे अंदर भी जिहड़ा इहो जिहा अहंकार तां नहीं हैगा, जां साडे अंदर भी जिहड़ा इस तरह दा अहंकार पैदा होना शुरू तां नहीं हो गया। रूही जी, जिस तरह असीं पिछले समय की गल की, पिछले समय दे विच लोग काफ़ी जिहड़े आ धन दौलत नूं जिहड़ा आ जोड़दे किसी, उदों इन्नी जिहड़ा धन दौलत की जिहड़ी आ अहमियत भी नहीं सीगी, ते जिन्ना क कमा लिया उन्ना क खा लिया, ना तो सोहणे कपड़ियां दी गल हुंदी सीगी ते ना ही जिहड़ा आ शानो शौकत की गल हुंदी सी। कच्चे मकानां दे विच रहिंदे सी, उस वेले रिश्तिਆਂ ਨੂੰ अहमियत दित्ती जांदी सी। बिल्कुल जी, कच्चे मकानां च रहिंदे सी, पक्खा मिल जावे तां ठीक है, नहीं तां इक दीवे दे नाल जिहड़ा आ सारा परिवार रोटी खा लैंदा सी। एक वेड़े दे विच दो दो परिवार जिहड़े ने ओह मंजे ढा के जिहड़े सौ जांदे सन, आपस च गल्लां बातां करदे सन, ते जिहड़ा इस तरह दा जिहड़ा सीगा। पर अज दा समा कुछ थोड़ा जिहा बदल गया आ। अज दे समय दे विच झूठी शानो शौकत नूं जिहड़ा आ ज़्यादा मन्निया जांदा है। जिहदा वड्डा जिहा घर होवे ਉਹ ਬੰਦਾ ਸਭ ਤੋਂ ਵਧੀਆ ਹੁੰਦਾ, ਭਾਵੇਂ ਉਹ 1 ਰੁਪਿਆ ਵੀ ਕਿਸੇ ਨੂੰ ਦੇ ਕੇ ਰਾਜੀ ਨਾ ਹੋਵੇ, ਜਾਂ ਜਿਹਦੇ ਕੋਲ ਸੋਹਣੇ ਕੱਪੜੇ ਪਾਏ ਹੋਣ ਉਹ ਬੰਦਾ ਵਧੀਆ ਹੁੰਦਾ, ਭਾਵੇਂ ਉਹਦੇ ਮਨ ਦੇ ਅੰਦਰ ਜਿਹੜੀ ਆ ਬਹੁਤ ਜ਼ਿਆਦਾ ਮੈਲ ਹੋਵੇ। ਸਿਰਫ ਅਸੀਂ ਝੂਠੇ ਵਿਖਾਵਿਆਂ ਦੇ ਉੱਤੇ ਜਿਹੜਾ ਆ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਏ ਆ, ਤੇ ਇਹ ਜੀ ਘਟਨਾ ਜਿਹੜੀ ਆ ਉਹ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀ ਕਰਾਂਗੇ। ਸਾਡੇ ਮਨਾਂ ਦੇ ਵਿੱਚ ਵੀ ਜਿਹੜਾ ਆ ਇਦਾਂ ਦਾ ਜਿਹੜਾ ਆ ਇਹ ਪਾਪ ਜਿਹੜਾ ਆ ਇਹ ਜਿਹੜਾ ਆ ਪੈਦਾ ਹੋਣਾ ਨਾ ਸ਼ੁਰੂ ਹੋ ਜਾਵੇ, ਉਸ ਤੋਂ ਪਹਿਲਾਂ ਸਾਨੂੰ ਜਿਹੜਾ ਆ ਸੁਚੇਤ ਹੋ ਜਾਣਾ ਚਾਹੀਦਾ ਹੈ ਜੀ। ਹਾਂਜੀ, ਤੇ ਅਸੀਂ ਗੱਲ ਕਰਾਂਗੇ ਬਲਵੰਤ ਸਿੰਘ ਦੀ। ਬਲਵੰਤ ਸਿੰਘ ਇੱਕ ਮਿਹਨਤੀ ਇਨਸਾਨ ਸੀ। ਬਲਵੰਤ ਸਿੰਘ 2 ਲੜਕੀਆਂ ਦਾ ਪਿਤਾ ਸੀ ਤੇ ਇੱਕ ਪੁੱਤਰ ਫੌਜ ਤੇ ਇੱਕ ਘਰ ਦੇ ਕੰਮਾਂ ਵਿੱਚ ਰੁੱਝਿਆ ਰਹਿੰਦਾ ਸੀ। ਘਰ ਵਿੱਚ ਕੰਮਕਾਰ ਕਰਨ ਵਾਲੇ ਪੇਂਡੂ ਬੰਦੇ ਸਧਾਰਨ ਸਨ, ਛੂ ਫੈਲ ਵਾਲੇ ਨਹੀਂ ਸਨ, ਤੇ ਸਮਾਂ ਬੀਤਾ ਗਿਆ। ਤੇ ਜਦੋਂ ਜਿਹੜਾ ਆ ਰੂਹੀ ਜੀ ਇਸੇ ਤਰ੍ਹਾਂ ਸਮਾਂ ਉਹਦਾ ਜਿਹੜਾ ਆ ਬੀਤਦਾ ਜਾਂਦਾ ਸੀਗਾ, ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਦੀਆਂ 2 ਬੇਟੀਆਂ ਸੀਗੀਆਂ, ਇੱਕ ਬੇਟਾ ਸੀਗਾ ਜਿਹੜਾ ਫੌਜ ਵਿੱਚ ਸੀਗਾ, ਤੇ ਇੱਕ ਜਿਹੜਾ ਘਰ ਦੇ ਕੰਮ ਕਰਨ। ਹੁਣ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਨੂੰ ਜਿਹੜਾ ਆ ਇੱਕੋ ਜੀ ਨੌਕਰੀ ਮਿਲੇ, ਇੱਕੋ ਜਿਹਾ ਕੰਮ ਮਿਲੇ। ਜੇ ਵੱਡਾ ਫੌਜ ਦੇ ਵਿੱਚ ਵੀ ਫਿਰ ਵੀ ਉਹਨੂੰ ਜਿਹੜਾ ਅਹੰਕਾਰ ਨਹੀਂ ਸੀਗਾ। ਉਸਨੇ ਕੀ ਕੀਤਾ, ਆਪਣੀਆਂ ਕੁੜੀਆਂ ਨੂੰ ਜਿਹੜਾ ਆ ਵਿਆਹ ਦਿੱਤਾ। ਹੁਣ ਸੁਭਾਵਿਕ ਤੌਰ ਤੇ ਜ਼ਰੂਰੀ ਨਹੀਂ ਹੈ ਕਿ ਜਿਹੜੀ ਜੇ ਆਪ ਗਰੀਬ ਹੈ ਤਾਂ ਕੁੜੀਆਂ ਦਾ ਵਿਆਹ ਵੀ ਗਰੀਬ ਘਰ ਦੇ ਵਿੱਚ ਹੋਇਆ ਹੋਏਗਾ। ਇੱਕ ਜਿਹੜੇ ਆ ਗਰੀਬ ਘਰ ਦੇ ਵਿੱਚ ਵਿਆਹੀ ਗਈ, ਤੇ ਦੂਸਰੀ ਜਿਹੜੀ ਸੀਗੀ ਉਹਦਾ ਵਿਆਹ ਜਿਹੜਾ ਆ ਵਧੀਆ ਪਰਿਵਾਰ ਦੇ ਵਿੱਚ ਹੋ ਗਿਆ। ਉਸਦੇ ਠਾੜ ਬਾੜ ਵਧੀਆ ਸੀਗੇ, ਤੇ ਵਧੀਆ ਜਿਹੜੇ ਖਾਣ ਪੀਣ ਵਾਲੇ ਸੀਗੇ, ਤੇ ਮਤਲਬ ਜਿਹੜੇ ਆ ਵਧੀਆ ਪੈਸੇ ਧੇਲੇ ਵਜੋਂ ਵੀ ਸੀਗੇ, ਗੱਡੀ ਸੀਗੀ। ਤੇ ਹੁਣ ਇੱਕ ਦਿਨ ਇਦਾਂ ਦਾ ਬੀਤਿਆ ਕਿ ਉਹਨੇ ਆਪਣੇ ਜਿਹੜਾ ਆ ਪਿਤਾ ਨੂੰ ਜਿਹੜਾ ਇੱਕ ਚਿੱਠੀ ਲਿਖੀ, ਤੇ ਚਿੱਠੀ ਵਿੱਚ ਹੈਰਾਨ ਕਰਨ ਵਾਲੀ ਜਿਹੜੀ ਗੱਲ ਹੈ, ਸਾਰੀ ਜ਼ਿੰਦਗੀ ਉਹਨੇ ਵੀ ਆਪਣੇ ਪਿਓ ਦੇ ਕੋਲ ਕੱਟੀ, ਤੇ ਪਿਓ ਦੇ ਕੋਲ ਕੱਟ ਕੇ ਉਹਨੇ ਜਦੋਂ ਵਿਆਹ ਉਹਦਾ ਹੋ ਗਿਆ, ਤੇ ਉਸ ਤੋਂ ਬਾਅਦ ਉਹਦਾ ਜਿਹੜਾ ਜੀਣ ਦਾ ਨਜ਼ਰੀਆ ਹੀ ਬਦਲ ਗਿਆ। ਉਹਦੇ ਜੀਣ ਦਾ ਜਿਹੜਾ ਆ ਤਰੀਕਾ ਬਦਲ ਗਿਆ, ਰਹਿਣ ਸਹਿਣ ਢੰਗ ਬਦਲ ਗਿਆ। ਬਦਲਣਾ ਚਾਹੀਦਾ ਆ, ਕਿਉਂਕਿ ਸਹੁਰੇ ਪਰਿਵਾਰ ਜਾ ਕੇ ਹਰ ਇੱਕ ਜਿਹੜਾ ਧੀ ਭੈਣ ਦਾ ਰੰਗ ਢੰਗ ਜਿਹੜਾ ਆ ਬਦਲ ਜਾਂਦਾ ਆ, ਉਸਦੇ ਖਿਆਲਾਤ ਵੀ ਬਦਲ ਜਾਂਦੇ ਆ। ਉਹਨੂੰ ਜਿਹੜਾ ਉਹੀ ਜਿਹੜਾ ਪਰਿਵਾਰ ਆਪਣਾ ਜਿਹੜਾ ਆ ਆਪਣਾ ਨਿੱਜੀ ਪਰਿਵਾਰ ਲੱਗਣ ਲੱਗ ਜਾਂਦਾ। ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਪਰ ਸੋਚ ਦਾ ਬਦਲਣਾ ਇਹ ਬਹੁਤ ਘਾਤਕ ਹੁੰਦਾ ਆ। ਉਸਨੇ ਚਿੱਠੀ ਵਿੱਚ ਲਿਖਿਆ ਕਿ ਪਿਤਾ ਜੀ, ਸਾਡੇ ਘਰ ਦੇ ਵਿੱਚ ਜਿਹੜਾ ਆ ਇੱਕ ਮਤਲਬ ਵਿਆਹ ਦਾ ਕਾਰਜ ਹੈ, ਤੁਸੀਂ ਸਾਰੇ ਪਰਿਵਾਰ ਨੇ ਆਉਣਾ,
ਖੁਸ਼ੀ ਦੇ ਨਾਲ ਜਿਹੜਾ ਜਦੋਂ ਸਾਰਿਆਂ ਨੂੰ ਪਤਾ ਲੱਗਿਆ ਕਿ ਸਾਡੀ ਕੁੜੀ ਦੇ ਘਰੇ ਜਿਹੜਾ ਆ ਵਿਆਹ ਆ ਤੇ ਹੁਣ ਜਿਹੜਾ ਆ ਸਾਨੂੰ ਸਾਰਿਆਂ ਨੂੰ ਜੇ ਉੱਥੇ ਜਾਣ ਦਾ ਜਿਹੜਾ ਆ ਸੁਭਾਗ ਪ੍ਰਾਪਤ ਹੋਊਗਾ, ਅਸੀਂ ਵੀ ਖੁਸ਼ੀ ਦੇ ਵਿੱਚ ਜਿਹੜਾ ਆ ਖੁਸ਼ੀ ਸਾਂਝੀ ਕਰਾਂਗੇ। ਤੇ ਜਦੋਂ ਉਹਨੇ ਅਗਲੀਆਂ ਲਾਈਨਾਂ ਪੜ੍ਹੀਆਂ ਤਾਂ ਉਹ ਇੱਕਦਮ ਜਿਹੜਾ ਉਦਾਸ ਹੋ ਗਿਆ। ਅਜਿਹਾ ਲਾਈਨਾਂ ਦੇ ਵਿੱਚ ਲਿਖਿਆ ਕੀ ਸੀਗਾ ਉਸਨੇ, ਤੇ ਉਹਨੇ ਲਿਖਿਆ ਸੀਗਾ ਕਿ ਇੱਕ ਸ਼ਰਤ ਹੈ, ਜੇ ਤੁਸੀਂ ਵਿਆਹ ਦੇ ਵਿੱਚ ਆਉਣਾ ਆ, ਤਾਂ ਕਹਿੰਦਾ ਵਿਆਹ ਦੇ ਵਿੱਚ ਤੁਸੀਂ ਆਉਣਾ ਆ, ਤੇ ਇਹਦਾ ਮਤਲਬ ਕੀ ਆ? ਉਹਨੇ ਲਿਖਿਆ ਸੀਗਾ ਜੇ ਵਿਆਹ ਦੇ ਵਿੱਚ ਤੁਸੀਂ ਆਉਣਾ ਆ ਤਾਂ ਕੋਟ ਪੈਂਟ ਪਾ ਕੇ ਜ਼ਰੂਰ ਆਇਓ। ਸਾਡੇ ਘਰ ਦੇ ਵਿੱਚ ਬਹੁਤ ਹੀ ਉੱਚੇ ਘਰਾਂ ਦੇ ਜਿਹੜੇ ਲੋਕ ਆਉਣਗੇ, ਵਧੀਆ ਵਧੀਆ ਲੋਕ ਆਉਣਗੇ, ਵਧੀਆ ਪਹਿਰਾਵੇ ਵਾਲੇ ਆਉਣਗੇ। ਇਹ ਨਾ ਹੋਵੇ ਕਿ ਇਹ ਪਤਾ ਲੱਗ ਜਾਵੇ ਕਿ ਇਹ ਜਿਹੜੇ ਕੁੜੀ ਦੇ ਜਿਹੜੇ ਮਾਂ ਪਿਓ ਨੇ ਜਾਂ ਮਤਲਬ ਕੁੜੀ ਵੱਲੋਂ ਜਿਹੜੇ ਨੇ ਇਹ ਆਏ ਨੇ, ਤੇ ਇਹਨਾਂ ਦੀ ਜਿਹੜੀ ਆ ਬੇਇੱਜ਼ਤੀ ਮਹਿਸੂਸ ਹੋਊਗੀ ਮੈਨੂੰ ਕਿ ਇਹ ਮਤਲਬ ਸਧਾਰਨ ਜਿਹੇ ਵਿਅਕਤੀ ਨੇ ਤੇ ਮਤਲਬ ਪੁਰਾਣੇ ਕੱਪੜਿਆਂ ਵਾਲੇ ਨੇ। ਤੇ ਪੇਕੇ ਘਰ ਜੀ, ਪੇਕੇ ਘਰ ਗਰੀਬੀ ਸੀ। ਉਸਨੇ ਜਿਹੜਾ ਆ ਜਿਹੜੀ ਆ ਗੱਲਬਾਤ ਇਹ ਸੁਣੀ ਤੇ ਸੁਣ ਕੇ ਜਿਹੜਾ ਆ ਬਹੁਤ ਹੈਰਾਨ ਹੋ ਗਈ। ਤੇ ਪੇਕੇ ਘਰ ਗਰੀਬੀ ਬਹੁਤ ਸੀ, ਅਮੀਰੀ ਦੇ ਗੁਮਾਨ ਨੇ ਅੰਨੀ ਕਰ ਰੱਖੀ ਸੀ। ਬਲਵੰਤ ਦੀ ਲੜਕੀ ਨੇ ਆਪਣੇ ਪੇਕੇ ਸ਼ਰਤ ਰੱਖ ਲਈ ਸੀ ਕਿ ਜੇਕਰ ਮੇਰੇ ਘਰ ਵਿਆਹ ਤੇ ਨੇ, ਜਿਵੇਂ ਤੁਸੀਂ ਕਿਹਾ ਸੀ ਕਿ ਪੈਂਟ ਕੋਟ ਟਾਈਆਂ ਲਾ ਕੇ ਆਉਣਾ ਜੀ, ਤੇ ਜੇ ਨਾ ਹੋ ਸਕਿਆ ਉਸ ਤੋਂ ਬਾਅਦ ਨਾ ਆਇਓ, ਜੇ ਹੋ ਸਕਿਆ ਤਾਂ ਹੀ ਆਇਓ। ਤੇ ਇਹ ਸੁਣ ਕੇ ਸਾਰਾ ਪਰਿਵਾਰ ਰੋਣ ਲੱਗਾ, ਸਭ ਉਦਾਸ ਸਨ, ਕੋਈ ਵੀ ਵਿਆਹ ਤੇ ਨਹੀਂ ਗਿਆ। 2 ਮਹੀਨਿਆਂ ਬਾਅਦ ਬਲਵੰਤ ਦੀ ਲੜਕੀ ਦਾ ਘਰ ਵਾਲਾ ਅਚਾਨਕ ਮਰ ਗਿਆ। ਹੁਣ ਪੇਕਿਆਂ ਨੂੰ ਗਮੀ ਦਾ ਸੁਨੇਹਾ ਆਇਆ ਕਿ ਜਲਦੀ ਆਓ, ਤਾਂ ਅੱਗੋਂ ਸਵਾਲ ਸੀ ਕਿ ਸਾਡੇ ਕੋਲ ਤਾਂ ਕੋਟ ਪੈਂਟ ਨਹੀਂ ਆ। ਤਾਂ ਲੜਕੀ ਆਪਣੇ ਕੀਤੇ ਤੇ ਪਛਤਾ ਰਹੀ ਸੀ ਤੇ ਉਸ ਕੋਲ ਕੋਈ ਜਵਾਬ ਨਹੀਂ ਸੀ। ਬਿਲਕੁਲ ਜੀ। ਸੋ ਇਸੇ ਤਰ੍ਹਾਂ ਦਾ ਜਿਹੜਾ ਆ ਸਾਨੂੰ ਜਿਹੜਾ ਆ ਕਦੇ ਵੀ ਅਹੰਕਾਰ ਨਹੀਂ ਕਰਨਾ ਚਾਹੀਦਾ। ਸਾਡਾ ਅਹੰਕਾਰ ਜਿਹੜਾ ਆ ਸਾਡੇ ਜੀਵਨ ਤੇ ਬਹੁਤ ਅਸਰ ਪਾਉਂਦਾ ਆ ਜੀ। ਤੇ ਆਓ ਦੇਖਦੇ ਹਾਂ ਅਸੀਂ ਇੱਕ ਛੋਟਾ ਜਿਹਾ ਵੀਡੀਓ ਦੇ ਵਿੱਚ ਜਿਹੜੇ ਨੇ ਬਲਵੰਤ ਸਿੰਘ ਜੀ ਹੋਣਾ ਨੇ ਇੱਕ ਜਿਹੜਾ ਆ ਵੀਡੀਓ ਜਾਰੀ ਕੀਤਾ ਹੈ। ਉਸ ਵੀਡੀਓ ਦੇ ਵਿੱਚ ਕੀ ਕਹਿ ਰਹੇ ਨੇ ਤੇ ਉਸ ਤੋਂ ਬਾਅਦ ਚੋਂ ਕਰਾਂਗੇ ਅਸੀਂ ਇਸ ਵੀਡੀਓ ਦੇ ਉੱਤੇ ਗੱਲਬਾਤ ਜੀ। ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਵਿੱਚ ਬੰਦੀ ਅੱਜ ਦੀ ਦਿਹਾੜੀ ਨਹੀਂ ਬਣੇ। ਗੁਰੂ ਨਾਨਕ ਸਾਹਿਬ ਨੂੰ ਵੀ ਬਾਬਰ ਨੇ ਕੈਦ ਕੀਤਾ ਸੀਗਾ, ਪਰ ਉਹਨਾਂ ਦੀ ਰਿਹਾਈ ਹੋਈ ਸੀਗੀ। ਅਸੀਂ ਜ਼ਿਕਰ ਕੀਤਾ 9ਵੇਂ ਪਾਤਸ਼ਾਹ ਦਾ, ਜਿਨ੍ਹਾਂ ਨੇ ਹਿੰਦੂ ਧਰਮ ਦੇ ਉੱਤੇ ਵੱਡਾ ਪਰਉਪਕਾਰ ਕੀਤਾ, ਜਿਹੜਾ ਖੁਦ ਜਨੇਊ ਨਹੀਂ ਸੀ ਪਹਿਨਦੇ, ਪਰ ਜੋ ਔਰੰਗਜ਼ੇਬ ਬਾਦਸ਼ਾਹ ਹਿੰਦੂਆਂ ਦਾ ਜਨੇਊ ਲਾ ਕੇ ਜਿੰਨਾ ਚਿਰ ਸਵਾ ਮਨ ਜਨੇਊ ਨਹੀਂ ਸੀ ਤੋਲਦਾ, ਉਨਾ ਚਿਰ ਉਹ ਆਪਣਾ ਪ੍ਰਸ਼ਾਦਾ ਨਹੀਂ ਸੀ ਛਕ ਸਕਦਾ। ਇਹੋ ਜਿਹੀਆਂ ਚੀਜ਼ਾਂ ਸਾਡੇ ਹਾਕਮਾਂ ਨੂੰ ਯਾਦ ਹੁੰਦੀਆਂ, ਪਰ 6ਵੇਂ ਪਾਤਸ਼ਾਹ ਦੀ ਜਦੋਂ ਰਿਹਾਈ ਹੋਈ ਗਵਾਲੀਅਰ ਦੇ ਕਿਲੇ ਤੋਂ, ਉਹਨਾਂ ਨੇ ਵੀ ਜਹਾਂਗੀਰ ਬਾਦਸ਼ਾਹ ਨੂੰ ਕਿਹਾ ਕਿ ਮੈਂ ਰਿਹਾਈ ਨਹੀਂ ਲੈਣੀ ਜਿੰਨਾ ਚਿਰ 52 ਹਿੰਦੂ ਰਾਜੇ ਮੇਰੇ ਨਾਲ ਰਿਹਾ ਨਹੀਂ ਕਰੇਗਾ। ਜਹਾਂਗੀਰ ਬਾਦਸ਼ਾਹ ਨੇ ਮਹਾਰਾਜ ਦਾ ਹੁਕਮ ਮੰਨਿਆ ਔਰ ਉਹ 52 ਹਿੰਦੂ ਰਾਜੇ ਮਹਾਰਾਜ ਦੇ ਨਾਲ ਰਿਹਾ ਕੀਤੇ। ਪਰ ਮੈਨੂੰ ਸਮਝ ਨਹੀਂ ਹੈ ਕਿ 1947 ਤੋਂ ਪਹਿਲਾਂ ਆਪਾਂ ਕਹਿੰਦੇ ਹਾਂ ਕਿ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ। ਕਿ ਅਸੀਂ ਸਿੱਖ ਕੁਰਬਾਨੀ ਕਰਨ ਤੋਂ ਬਾਅਦ ਫੈਸਲੇ ਕਰਦੇ ਹਾਂ ਕਿ ਸਾਡੀ ਮੰਗ ਕੀ ਹੈ। ਕੁਰਬਾਨੀਆਂ ਕਰਨ ਦੇ ਨਾਲ ਅੰਗਰੇਜ਼ ਇੱਥੋਂ ਚਲਿਆ ਗਿਆ 1947 ਦੇ ਵਿੱਚ, ਤੇ ਰਾਜ ਕਿਹਨੂੰ ਮਿਲਿਆ? ਸਾਡੇ ਹਿੰਦੂ ਭਰਾ ਨੂੰ ਤੇ ਮੁਸਲਮਾਨ ਭਰਾ ਨੂੰ। ਮੁਸਲਮਾਨ ਨੂੰ ਪਾਕਿਸਤਾਨ, ਹਿੰਦੂ ਨੂੰ ਇੰਡੀਆ। ਜਿਹੜੀ ਅੱਜ ਇੱਥੇ ਬੈਠਕ ਹੈ, ਇਹ ਤਾਂ ਹੀ ਬੈਠਕ ਹੈ ਕਿ ਪਾਕਿਸਤਾਨ ਦੇ ਵਿੱਚ ਅੱਜ ਸਿੱਖ
ਮੁਸਲਮਾਨ ਦੇ ਗੁਲਾਮ ਹੈ ਤੇ ਇੰਡੀਆ ਦੇ ਵਿੱਚ ਅਸੀਂ ਹਿੰਦੂ ਦੇ ਗੁਲਾਮ ਹੈ। ਕੀ ਹੁਣ ਸਾਰੇ ਜੀਵਨਾਂ ਦੇ ਵਿੱਚ ਅਸੀਂ ਆਪਣੀ ਤਕਦੀਰ ਦਾ ਫੈਸਲਾ ਨਹੀਂ ਕਰਾਂਗੇ, ਕਿਸੇ ਹੱਥ ਦੇ ਵਿੱਚ ਫੜਾਵਾਂਗੇ? ਹੁਣ ਭੁੱਲਰ ਸਾਹਿਬ ਨੂੰ ਫਾਂਸੀ ਦੀ ਸਜ਼ਾ ਮਿਲੀ ਸੀ, 3 ਜੱਜਾਂ ਦਾ ਬੈਂਚ ਬੈਠਿਆ। ਜਿਹੜਾ ਚੀਫ ਜੱਜ ਸੀ ਉਹ ਮੁਸਲਮਾਨ ਸੀ, ਜਿਹੜੇ 2 ਜੱਜ ਸੀਗੇ ਹੋਰ ਉਹ ਹਿੰਦੂ ਧਰਮ ਦੇ ਸੀਗੇ। ਜਿਹੜਾ ਮੁਸਲਮਾਨ ਧਰਮ ਦਾ ਜੱਜ ਸੀ ਸ਼ਾਹ, ਉਸ ਨੇ ਭੁੱਲਰ ਸਾਹਿਬ ਨੂੰ ਰਿਹਾ ਕਰਤਾ, ਬਿਲਕੁਲ ਰਿਹਾ ਕਰਤਾ। ਪਰ ਜਿਹੜੇ 2 ਦੂਜੇ ਜੱਜ ਸੀ ਉਹਨਾਂ ਨੇ ਫਾਂਸੀ ਦੀ ਸਜ਼ਾ ਦਿੱਤੀ। ਚਲੋ ਜੇ 2 ਜੱਜਾਂ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ, ਇਹ ਫੈਸਲਾ ਸਰਬਸੰਮਤੀ ਦੇ ਨਾਲ ਤਾਂ ਨਹੀਂ ਨਾ ਹੋਇਆ, ਫਿਰ ਕੈਦ ਕਰ ਦਿੰਦੇ। ਪਰ ਫਿਰ ਉਹਨਾਂ ਦੇ ਲਈ ਵੀ ਰੱਸੀ ਤਿਆਰ ਹੋ ਗਈ। ਉਸ ਵਕਤ ਅਸੀਂ ਮੈਂਬਰ ਪਾਰਲੀਮੈਂਟ ਸੀਗੇ, ਬਾਦਲ ਸਾਹਿਬ, ਢੀਂਡਸਾ ਸਾਹਿਬ, ਸ਼ਾਇਦ ਭੁੰਦੜ ਸਾਹਿਬ ਵੀ ਨਾਲ ਸੀਗੇ, ਜ਼ੋਰਾ ਸਿੰਘ ਮਾਨ ਸਾਹਿਬ, ਤੁੜ ਸਾਹਿਬ, ਅਸੀਂ ਸਾਰੇ ਅਡਵਾਨੀ ਨੂੰ ਮਿਲੇ ਜਿਹੜਾ ਹੋਮ ਮਿਨਿਸਟਰ ਸੀਗਾ, ਤੇ ਉਹਨੂੰ ਕਿਹਾ ਕਿ ਭੁੱਲਰ ਸਾਹਿਬ ਨੂੰ ਫਾਂਸੀ ਨਹੀਂ ਦੇਣੀ ਚਾਹੀਦੀ। ਉਹ ਬੋਲਿਆ ਤਾਂ ਕੁਛ ਹੈ ਨਹੀਂ, ਪਰ ਉਹ ਇਸ਼ਾਰਾ ਸੀ ਉਹਦਾ ਕਿ ਮੈਂ ਤੁਹਾਡੇ ਨਾਲ ਸਹਿਮਤ ਹਾਂ। ਸੋ ਸਾਧ ਸੰਗਤ ਜੀ, ਕਿਸੇ ਦੇ ਹੱਥ ਗੁਲਾਮ ਫੜਾ ਦੇਣੀ, ਮੈਂ ਤਾਂ ਨਹੀਂ ਸਮਝਦਾ ਕਿ ਸਿੱਖ ਧਰਮ ਤੇ ਸਿੱਖ ਸਿਆਸਤ ਦੇ ਵਿੱਚ। ਇਸ ਵੀਡੀਓ ਤੋਂ ਬਾਅਦ ਅਸੀਂ ਝਾਤ ਮਾਰਦੇ ਹਾਂ ਪੰਜਾਬ ਦੀਆਂ ਸੁਰਖੀਆਂ ਤੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ, ਦੇਸ਼ ਵਿਦੇਸ਼ ਵਿੱਚ ਕੀ ਹੋ ਰਿਹਾ ਹੈ, ਤੇ ਉਹਦੀਆਂ ਘਟਨਾਵਾਂ ਦੇ ਆਧਾਰਿਤ ਤੇ ਜਿਹੜਾ ਅਸੀਂ ਸੁਰਖੀਆਂ ਜਿਹੜੀਆਂ ਨੇ ਅਖਬਾਰਾਂ ਦੀਆਂ ਫਰੋਲ ਕੇ ਕੁਝ ਜਿਹੜੀਆਂ ਜ਼ਰੂਰੀ ਖਬਰਾਂ ਨੇ ਉਹ ਅਸੀਂ ਲੈ ਕੇ ਹਾਜ਼ਰ ਹੋਏ ਹਾਂ। ਸਾਡਾ ਜਿਹੜਾ ਅਗਲਾ ਸੈਗਮੈਂਟ ਹੈ ਅਖਬਾਰ ਹਾਜ਼ਰ ਹੈ ਜੀ। ਤੇ ਪਹਿਲੀ ਖਬਰ ਹੈ ਕਿ 2 ਵਾਰੀ ਪ੍ਰਧਾਨ ਮੰਤਰੀ बनना ਜ਼ਿਆਦਾ ਨਹੀਂ ਹੈ, ਮੈਂ ਦੂਜੀ ਧਾਤ ਦਾ ਬਣਿਆ, PM ਮੋਦੀ ਨੇ ਕਿਹਾ। ਗੁਜਰਾਤ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਅਜੇ ਸੁਸਤ ਹੋਣ ਵਾਲੇ ਨਹੀਂ ਹਨ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਹਨਾਂ ਵਿਰੋਧੀ ਧਿਰ ਦੇ ਨੇਤਾ ਦੀ ਗੱਲ ਯਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਵਿਅਕਤੀ ਲਈ 2 ਵਾਰ ਪ੍ਰਧਾਨ ਮੰਤਰੀ ਬਣਨਾ ਹੀ ਕਾਫੀ ਹੈ, ਪਰ ਮੈਂ ਕਿਸੇ ਹੋਰ ਧਾਤ ਦਾ ਬਣਿਆ। ਜੀ ਬਿਲਕੁਲ ਜੀ। ਸੋ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਇੱਕ ਦਿਨ ਵੱਡਾ ਮੈਨੂੰ ਨੇਤਾ ਮਿਲਿਆ, ਉਹ ਅਕਸਰ ਰਾਜਨੀਤੀ ਵਿੱਚ ਵੱਡਾ ਜਿਹੜਾ ਆ ਉਹ ਸਾਡਾ ਵਿਰੋਧ ਕਰਦੇ ਸਨ, ਪਰ ਮੈਂ ਉਸ ਦਾ ਸਤਿਕਾਰ ਕਰਦਾ। ਕੁਝ ਮਸਲਿਆਂ ਵਿੱਚ ਉਹ ਮੇਰੇ ਤੋਂ ਖੁਸ਼ ਨਹੀਂ ਸੀ, ਇਸ ਲਈ ਉਹ ਮੈਨੂੰ ਮਿਲਣ ਆਇਆ ਸੀ। ਉਹਨਾਂ ਕਿਹਾ ਕਿ ਮੋਦੀ ਜੀ ਤੁਸੀਂ 2 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਹੋ, ਹੁਣ ਤੁਸੀਂ ਹੋਰ ਕੀ ਚਾਹੁੰਦੇ ਹੋ? ਉਹਨਾਂ ਕਿਹਾ ਤੇ ਉਹਨਾਂ ਦਾ ਮੰਨਣਾ ਵੀ ਸੀਗਾ ਕਿ ਜੇਕਰ ਕੋਈ 2 ਵਾਰ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਨੂੰ ਕੁਝ ਜਿਹੜਾ ਆ ਹਾਂ ਜਾਂ ਕੁਝ ਜਾਂ ਸਭ ਕੁਝ ਜਿਹੜਾ ਆ ਉਹ ਮਿਲਿਆ ਵੀ ਆ। ਪ੍ਰਧਾਨ ਮੰਤਰੀ ਨੇ ਅੱਗੇ ਵੀ ਕਿਹਾ ਕਿ ਉਹ ਜਾਣਦੇ ਨੇ ਕਿ ਮੋਦੀ ਕਿਸ ਦਾ ਆਤਾ ਬਣਿਆ ਹੋਇਆ, ਗੁਜਰਾਤ ਦੀ ਧਰਤੀ ਨੇ ਜਿਹੜਾ ਬਣਾਇਆ ਆ। ਮੈਂ ਕਿਸੇ ਦੀ ਜਿਹੜਾ ਆ ਦਰ ਜਾਂ ਢਿੱਲ ਦੇਣ ਦੇ ਵਿੱਚ ਜਿਹੜਾ ਵਿਸ਼ਵਾਸ ਨਹੀਂ ਰੱਖਦਾ। ਮੈਨੂੰ ਲੱਗਦਾ ਹੈ ਕਿ ਜੋ ਹੋਣਾ ਸੀ ਜਿਹੜਾ ਆ ਉਹ ਹੋ ਗਿਆ ਹੈ। ਹੁਣ ਮੈਨੂੰ ਆਰਾਮ ਕਰਨ ਦੀ ਜਿਹੜੀ ਆ ਉਹ ਲੋੜ ਹੈ ਜਾਂ ਮੈਨੂੰ ਜਿਹੜਾ ਆਰਾਮ ਕਰਨਾ ਚਾਹੀਦਾ ਹੈ। ਇਹੀ ਮੇਰਾ ਜਿਹੜਾ ਸੁਪਨਾ ਸੀ ਜੀ। ਤੇ ਉਹਨਾਂ ਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਸੰਤੋਖ 100% ਲੋਕਾਂ ਤੱਕ ਲੋਕ ਹਿੱਤ ਦੀਆਂ ਯੋਜਨਾਵਾਂ ਪਹੁੰਚੀਆਂ ਹੋਣ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਿਸੇ ਵੀ ਨੇਤਾ ਦਾ ਨਾਂ ਨਹੀਂ ਲਿਆ। ਹਾਲਾਂਕਿ ਕੁਝ ਦਿਨ ਪਹਿਲਾਂ NCP ਨੇਤਾ ਸ਼ਰਦ ਪਵਾਰ ਉਹਨਾਂ ਨੂੰ ਮਿਲਣ ਆਏ ਸਨ ਤੇ ਉਹਨਾਂ ਨੇ ਕੇਂਦਰ ਦੀਆਂ ਏਜੰਸੀਆਂ ਨੂੰ ਲੈ ਕੇ ਮਾਮਲਾ ਵੀ ਉਠਾਇਆ ਸੀ। ਉਹਨਾਂ ਸ਼ਿਵ ਸੈਨਾ ਆਗੂ ਸੰਜੇ ਰਾਉਤ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਕਾਰਵਾਈ ਬਾਰੇ ਵੀ ਚਰਚਾ ਕੀਤੀ। ਜੀ ਬਿਲਕੁਲ ਜੀ। ਸੋ ਮੋਦੀ ਦੇ ਜਿਹੜਾ ਰੋਮ ਵਿੱਚ ਭਰੀ ਹੋਈ ਹੈ ਦੇਸ਼ ਭਗਤੀ ਬਾਰੇ, ਜਿਹੜਾ ਪਹਿਲਾਂ ਸੋਚਦੇ ਸਨ ਕਿ ਪ੍ਰਧਾਨ ਮੰਤਰੀ ਜਿਹੜਾ ਆ ਅਮਿਤ ਸ਼ਾਹ ਜਿਹੜਾ ਆ ਉਹਨਾਂ ਦਾ ਇਸ ਤਰ੍ਹਾਂ ਦਾ ਜਿਹੜਾ ਬਿਆਨ ਸਾਹਮਣੇ ਆਇਆ ਆ। ਹੁਣ ਹਰ ਕੋਈ ਜਾਣਦਾ ਕਿ 2014 ਵਿੱਚ ਦੀਆਂ ਜਿਹੜੀਆਂ ਚੋਣਾਂ ਨੇ ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਸਭ ਤੋਂ ਜਿਹੜੀਆਂ ਨੇ ਨਰਿੰਦਰ ਮੋਦੀ ਭਾਈ ਅਤੇ ਪਾਰਟੀ ਲਈ ਜਿਹੜਾ ਫਤਵੇ ਦੇ ਸੁਭਾਅ ਤੋਂ ਸਪਸ਼ਟ ਸੀ ਕਿ ਭਾਜਪਾ BJP 30 ਸਾਲਾਂ ਦੇ ਵਿੱਚ ਜਿਹੜਾ ਆ ਆਪਣੇ ਬਲ ਤੇ ਬਹੁਮਤ ਹਾਸਲ ਕਰਨ ਵਿੱਚ ਪਹਿਲੀ ਵਾਰੀ ਪਾਰਟੀ ਜਿਹੜੀ ਆ ਬਣ ਗਈ ਆ। ਤੇ ਭਾਜਪਾ ਦੀ ਅਗਵਾਈ ਵਾਲੀ ਜਿਹੜੀ ਆ ਗੱਠਜੋੜ 1984 ਤੋਂ ਲੈ ਕੇ ਹੁਣ ਤੱਕ ਜਿਹੜਾ ਕਿਸੇ ਵੀ ਪਾਰਟੀ ਨੂੰ ਲੋਕ ਸਭਾ ਵਿੱਚ ਪੂਰਨ ਬਹੁਮਤ ਨਹੀਂ ਮਿਲਿਆ ਤੇ 1951-52
ਅਤੇ 1984 ਦਰਮਿਆਨ ਜਿਹੜੀਆਂ ਆਮ ਚੋਣਾਂ ਦੌਰਾਨ ਬਹੁਮਤ ਜਿਹੜਾ ਪ੍ਰਾਪਤ ਕਰਨ ਵਾਲੀਆਂ ਪਾਰਟੀਆਂ ਤੇ ਪ੍ਰਧਾਨ ਮੰਤਰੀ ਨੇ ਆਜ਼ਾਦੀ ਅੰਦੋਲਨ ਦੌਰਾਨ ਪੈਦਾ ਹੋਈ ਸਦਭਾਵਨਾ, ਪਰਿਵਾਰਕ ਵਿਰਾਸਤ, ਮੌਜੂਦਾ ਸਰਕਾਰ ਵਿਰੁੱਧ ਗੁੱਸੇ 'ਚ 1977 ਡਰ ਅਤੇ ਡਰ ਦੇ ਮਿਸ਼ਰਣ ਦੇ ਆਧਾਰ ਤੇ ਜਿਹੜਾ ਅਜਿਹਾ ਕੀਤਾ ਸੀ। ਤੇ ਹਮਦਰਦੀ 1984, ਤੁਸ਼ਟੀਕਰਨ, ਅਨੁਭਾਗਿਕ ਪੱਖਪਾਤ, ਖਾਲੀ ਨਾਅਰੇਬਾਜ਼ੀ, ਗਰੀਬੀ ਹਟਾਓ 1971 ਤੇ ਵੋਟ ਬੈਂਕ ਲਾਮਬੰਦੀ ਦੇ ਨਾਲ ਉਮੀਦ ਲਈ ਕੋਈ ਫਤਵਾ ਨਹੀਂ ਸੀ ਤੇ ਕੋਈ ਫਤਵਾ ਨਹੀਂ ਜੋ ਸਿਰਫ ਟੈਸਟ ਕੀਤੇ ਪ੍ਰਦਰਸ਼ਨ ਲਈ ਇਨਾਮ ਸੀ। ਜੀ 1999 ਅਤੇ 2014 ਦੇ ਵਿਚਕਾਰ 25 ਸਾਲਾਂ ਲਈ ਭਾਰਤ ਵਿੱਚ ਗੱਠਜੋੜ ਵੱਲੋਂ ਸ਼ਾਸਨ ਕੀਤਾ ਗਿਆ ਸੀ। ਗੱਠਜੋੜ ਆਪਣੇ ਸੁਭਾਅ ਰਾਹੀਂ ਇੱਕ ਸਮਝੌਤਾ ਸੀ। ਉਹ ਸਿਆਸੀ ਹਿੱਤਾਂ ਦਾ ਸਮਝੌਤਾ ਤੇ ਨੀਤੀਗਤ ਨਤੀਜਿਆਂ ਦਾ ਸਮਝੌਤਾ ਹਨ। ਸਧਾਰਨ ਨਾਗਰਿਕਾਂ ਵਿੱਚ ਘਾਤਕਵਾਦ ਦਾ ਬੋਲਬਾਲਾ ਸੀ। ਉਹ ਵੀ ਇੱਛਾਵਾਂ ਨਾਲ ਸਮਝੌਤਾ ਕਰਨ ਲਈ ਆਏ ਸਨ, ਭਾਵੇਂ ਉਹ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਜਾਂ ਆਪਣੇ ਸੁਪਨਿਆਂ ਦੇ ਲਈ ਜਾਂ ਭਾਰਤ ਦੇ ਲਈ। ਅਜਿਹੀ ਭਾਵਨਾ ਸੀ ਕਿ ਨੀਤੀਗਤ ਅਧਰੰਗ, ਪ੍ਰਸ਼ਾਸਨਿਕ ਉਲਝਣ ਝਗੜਾ ਕਰਨ ਵਾਲੇ ਮੰਤਰੀ ਤੇ ਸਹਿਯੋਗੀਆਂ ਨੂੰ ਜਿਹੜਾ ਬਲੈਕਮੇਲ ਕਰਨਾ, ਭ੍ਰਸ਼ਟਾਚਾਰ, ਅਸੁਰੱਖਿਆ ਤੇ ਅੱਤਵਾਦ ਪ੍ਰਤੀ ਕਮਜ਼ੋਰੀ ਤੇ ਕਮਜ਼ੋਰ ਅਤੇ ਉਹਨਾਂ ਦੇ ਜਿਹੜਾ ਆ ਨਿਰਣਾਇਕ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਨੇਤਾਵਾਂ ਵੱਲੋਂ ਜਿਹੜਾ ਪ੍ਰਬੰਧਕ ਵਜੋਂ ਕੰਮ ਜਿਹੜਾ ਕੀਤਾ ਗਿਆ ਸੀਗਾ ਤੇ ਭਾਰਤੀ ਲੋਕਤੰਤਰ ਲਈ ਸਥਾਈ ਸ਼ਰਾਬ ਬਣ ਗਏ ਸਨ। ਤੇ ਰਾਜ ਸਭਾ ਚੋਣਾਂ, ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਤੋਂ ਰਾਜ ਸਭਾ ਦੀਆਂ ਚੋਣਾਂ ਲਈ ਕਾਰਜਕ੍ਰਮ ਦਾ ਐਲਾਨ। ਪੰਜਾਬ ਰਾਜ ਤੋਂ ਚੁਣੇ ਗਏ ਰਾਜ ਸਭਾ ਦੇ 2 ਮੈਂਬਰਾਂ ਦੀ ਮਿਆਦ ਜੁਲਾਈ 2022 ਵਿੱਚ ਸਮਾਪਤ ਹੋਣ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ECI ਨੇ ਪੰਜਾਬ ਰਾਜ ਤੋਂ ਰਾਜ ਸਭਾ ਦੀਆਂ 2 ਸਾਲਾ ਚੋਣਾਂ ਦੇ ਸ਼ਡਿਊਲ ਦਾ ਐਲਾਨ ਕੀਤਾ ਹੈ। ਪੰਜਾਬ ਰਾਜ ਤੋਂ ਚੁਣੇ ਗਏ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਤੇ ਬਲਵਿੰਦਰ ਸਿੰਘ ਦੇ ਅਹੁਦੇ ਦੀ ਮਿਆਦ ਉਹਨਾਂ ਦੀ ਸੇਵਾ ਮੁਕਤੀ ਤੇ 4 ਜੁਲਾਈ 2022 ਨੂੰ ਖਤਮ ਹੋਣ ਵਾਲੀ ਹੈ। ਜੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸ਼ਡਿਊਲ ਅਨੁਸਾਰ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ 24 ਮਈ 2022 ਹੈ ਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 31 ਮਈ 2022 ਹੈ, ਜਦਕਿ ਨਾਮਜ਼ਦਗੀਆਂ ਦੀ ਪੜਤਾਲ ਜੂਨ 2022 ਨੂੰ ਹੋਵੇਗੀ। ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 3 ਜੂਨ 2022 ਤੈਅ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਵੋਟਾਂ ਪੈਣ ਦੀ ਮਿਤੀ 10 ਜੂਨ 2022 ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਨਿਰਧਾਰਿਤ ਕੀਤੀ ਗਈ ਹੈ, ਜਦਕਿ ਗਿਣਤੀ ਵੀ ਉਸੇ ਦਿਨ ਸ਼ਾਮ 5 ਵਜੇ ਹੋਵੇਗੀ। ਉਹਨਾਂ ਕਿਹਾ ਕਿ ਚੋਣਾਂ 13 ਜੂਨ 2022 ਨੂੰ ਤੋਂ ਜਿਹੜਾ ਆ ਪਹਿਲਾਂ ਮੁਕੰਮਲ ਜਿਹੜੀਆਂ ਉਹ ਕਰ ਲਿੱਤੀਆਂ ਜਾਣਗੀਆਂ। ਜੀ ਤੇ ਪੰਜਾਬ ਬਜਟ 2022 ਲੋਕਾਂ ਨੇ ਭੇਜੇ 20,000 ਤੋਂ ਵੱਧ ਸੁਝਾਅ, ਉਦਯੋਗਪਤੀਆਂ ਨੇ 500 ਤੋਂ ਵੱਧ ਭੇਜੇ ਮੈਮੋਰੈਂਡਮ। ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਜੂਨ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜਟ ਲਈ ਪਬਲਿਕ ਪੋਰਟਲ ਤੇ ਈਮੇਲ ਤੇ 20,000 ਤੋਂ ਵੱਧ ਸੁਝਾਅ ਪ੍ਰਾਪਤ ਹੋਏ ਨੇ। ਇਹਨਾਂ ਵਿੱਚੋਂ 2/3 ਸੁਝਾਅ ਨੌਜਵਾਨਾਂ ਵੱਲੋਂ ਆਏ ਸਨ ਤੇ ਜਿਨ੍ਹਾਂ ਨੇ ਅਤ ਆਧੁਨਿਕ ਅਕਾਦਮਿਕ ਸਹੂਲਤਾਂ ਨਾਲ ਬਿਹਤਰ ਸਿੱਖਿਆ, ਰੁਜ਼ਗਾਰ ਦੇ ਵਧੇਰੇ ਮੌਕੇ ਤੇ ਈ-ਗਵਰਨੈਂਸ ਨੂੰ ਤਰਜੀਹ ਦੇਣ ਦੀ ਮੰਗ ਉਠਾਈ ਹੈ। ਜਨਤਾ ਬਜਟ ਦੀ ਪ੍ਰਕਿਰਿਆ ਵਿੱਚ ਜੋ ਮੁੱਖ ਮੁੱਦੇ ਉੱਭਰ ਕੇ ਸਾਹਮਣੇ ਆਏ ਹਨ ਉਹਨਾਂ ਵਿੱਚ ਰਾਜ ਤੇ ਸਰਬਪੱਖੀ ਵਿਕਾਸ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ, ਸਿੱਖਿਆ ਤੇ ਸਿਹਤ ਬੁਨਿਆਦੀ ਢਾਂਚੇ ਦੇ ਵੱਧ ਖਰਚ ਕਰਨਾ, ਬਿਜਲੀ ਤੇ ਉਦਯੋਗ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਜੀ ਪ੍ਰਾਪਤ ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੂੰ ਸਨਅਤਕਾਰਾਂ ਵੱਲੋਂ 500 ਤੋਂ ਵੱਧ ਜਿਹੜਾ ਲਿਖਤੀ ਮੰਗ ਪੱਤਰ ਵੀ ਪ੍ਰਾਪਤ ਹੋਏ ਨੇ, ਜਿਨ੍ਹਾਂ ਵਿੱਚ ਵਪਾਰ, ਪੱਕੀ ਮਾਹੌਲ, ਆਧੁਨਿਕ ਬੁਨਿਆਦੀ ਢਾਂਚਾ, ਇੰਸਪੈਕਟਰ ਰਾਜ ਨੂੰ ਖਤਮ ਕਰਨਾ, ਸੌਂਖਿਆ ਕਰਨ ਦੀ ਜਿਹੜੀ ਆ ਮੰਗ ਕੀਤੀ ਗਈ ਆ। ਨਿਯਮਾਂ ਨੂੰ ਜਿਹੜਾ ਆ ਸਰਲ ਬਣਾਉਣ ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਨਾਲ ਜਿਹੜਾ ਆ ਵਪਾਰ ਕਦਮ ਚੁੱਕਣ ਦੀ ਜਿਹੜੀ ਆ ਬੇਨਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹਰ 5 ਵਿੱਚੋਂ 1 ਸੁਝਾਅ ਔਰਤਾਂ ਤੋਂ ਪ੍ਰਾਪਤ ਹੋਇਆ। ਉਹਨਾਂ ਲੜਕੀਆਂ ਲਈ ਬਰਾਬਰ ਮੌਕੇ ਤੇ ਬਿਹਤਰ ਸਿਹਤ ਤੇ ਸਿੱਖਿਆ ਸਹੂਲਤਾਂ ਦੀ ਜਿਹੜੀ ਆ ਮੰਗ ਕੀਤੀ ਆ। ਔਰਤਾਂ ਵੱਲੋਂ ਜਿਹੜਾ ਆ 19.89% ਸੁਝਾਅ ਜਿਹੜੇ ਦਿੱਤੇ ਗਏ ਨੇ, ਜਿਨ੍ਹਾਂ ਵਿੱਚੋਂ 48.75% ਸੁਝਾਅ ਜਿਹੜੇ 31 ਤੋਂ 40 ਉਮਰ ਵਰਗ ਦੀਆਂ ਦੇ ਜਿਹੜੇ ਨੇ ਉਹ ਪ੍ਰਾਪਤ ਹੋਏ ਨੇ ਤੇ ਕੁੱਲ ਜਿਹੜਾ ਆ 20,384 ਸੁਝਾਵਾਂ ਵਿੱਚੋਂ 14,800 ਜਿਹੜਾ ਆ 59 ਸੁਝਾਅ ਜਿਹੜੇ ਨੇ ਉਹ ਜਨਤਾ ਪੋਰਟਲ ਤੇ ਜਿਹੜੇ ਪ੍ਰਾਪਤ ਹੋਏ ਨੇ। ਤੇ ਜਦਕਿ 5025 ਤੇ 575 ਤੇ ਮੰਗ ਪੱਤਰ ਈਮੇਲ ਤੋਂ ਪ੍ਰਾਪਤ ਹੋਏ ਨੇ। ਆંકੜੇ ਅਨੁਸਾਰ ਪੁਰਸ਼ ਵਰਗ ਤੋਂ 72% ਸੁਝਾਅ ਪ੍ਰਾਪਤ ਹੋਏ ਨੇ, ਜਿਨ੍ਹਾਂ ਵਿੱਚੋਂ 45% ਸੁਝਾਅ 31 ਤੋਂ 40 ਉਮਰ ਵਰਗ ਦੇ ਆਏ ਹਨ। ਤੇ ਵਿੱਤ ਮੰਤਰੀ ਨੇ ਕਿਹਾ ਕਿ ਜਨਤਾ ਬਜਟ ਪੋਰਟਲ ਤੇ ਮਿਲੇ ਸੁਝਾਵਾਂ ਵਿੱਚ ਜੋ ਭਵਿੱਖ ਵਿੱਚ ਵਿਚਾਰੇ ਜਾ ਸਕਦੇ ਨੇ ਉਹਨਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮੌਜੂਦਾ 3 ਸਾਲਾਂ ਤੋਂ ਪ੍ਰੋਬੇਸ਼ਨ ਪੀਰੀਅਡ ਘਟਾਉਣ, ਬਰਾਬਰ ਕੰਮ ਬਰਾਬਰ ਤਨਖਾਹ, ਬਿਜਲੀ ਤੇ ਟਰਾਂਸਪੋਰਟ ਆਦਿ ਸ਼ਾਮਲ ਹਨ। ਜੀ ਸੀਐਮ ਮਾਨ ਵੱਲੋਂ ਪੰਜਾਬੀ ਗਾਇਕਾਂ ਨੂੰ ਭੜਕਾਊ ਗੀਤਾਂ ਤੋਂ ਗੁਰੇਜ਼ ਕਰਨ ਦੀ ਜਿਹੜੀ ਅਪੀਲ ਕੀਤੀ ਗਈ ਹੈ, ਨਹੀਂ ਤਾਂ ਜਿਹੜੀ ਆ ਉਸ ਦੇ ਖਿਲਾਫ ਜਿਹੜੀ ਆ ਸਖਤ ਕਾਰਵਾਈ ਹੋਏਗੀ ਜਿਹੜਾ ਭੜਕਾਊ ਗੀਤ ਜਿਹੜਾ ਇੱਥੇ ਪੇਸ਼ ਕਰੇਗਾ। ਪੰਜਾਬੀ ਗਾਇਕਾਂ ਵੱਲੋਂ ਫੈਲਾਏ ਜਾ ਰਹੇ ਬੰਦੂਕ ਸੱਭਿਆਚਾਰ, ਗੈਂਗਸਟਰਵਾਦ ਤੇ ਜਿਹੜਾ ਰੁਝਾਨ ਖੇਦੀ ਕਰਦਿਆਂ ਭਗਵੰਤ ਮਾਨ ਨੇ ਉਹਨਾਂ ਨੂੰ ਆਪਣੇ ਗੀਤਾਂ ਰਾਹੀਂ ਸਮਾਜ ਵਿੱਚ ਹਿੰਸਾ, ਨਫ਼ਰਤ ਤੇ ਦੁਸ਼ਮਣੀ
ਨੂੰ ਜਿਹੜਾ ਭੜਕਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਗਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਗੀਤਾਂ ਰਾਹੀਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਤੂਲ ਦੇਣ ਦੀ ਬਜਾਏ ਪੰਜਾਬੀਅਤ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਦੀ ਚੱਲਦੇ ਭਾਈਚਾਰਕ ਸਾਂਝ ਤੇ ਸ਼ਾਂਤੀ ਦੀ ਸਦਭਾਵਨਾ ਦੀਆਂ ਤੰਦਾਂ ਨੂੰ ਜਿਹੜਾ ਆ ਹੋਰ ਮਜ਼ਬੂਤ ਕਰਨ ਲਈ ਜਿਹੜਾ ਆ ਉਹ ਯੋਗਦਾਨ ਪਾਉਣ। ਭਗਵੰਤ ਮਾਨ ਨੇ ਕਿਹਾ ਕਿ ਗਾਇਕਾਂ ਨੂੰ ਕਿ ਉਹ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਉਸਾਰੂ ਭੂਮਿਕਾ ਨਿਭਾਉਣ, ਜਿਸ ਬਾਰੇ ਇਸ ਨੂੰ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਜਿਹੇ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਹਿੰਸਾ ਫੈਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਜੋ ਅਕਸਰ ਨੌਜਵਾਨ ਖਾਸ ਕਰਕੇ ਛੇਤੀ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਨੂੰ ਵਿਗਾੜਦੇ ਹਨ। ਉਹਨਾਂ ਅੱਗੇ ਕਿਹਾ ਕਿ ਅਸੀਂ ਪਹਿਲਾਂ ਹੀ ਉਹਨਾਂ ਨੂੰ ਅਜਿਹੇ ਰੁਝਾਨ ਤੋਂ ਅੱਗੇ ਨਾ ਜਿਹੜਾ ਆ ਵਧਣ ਦੀ ਜਿਹੜੀ ਅਪੀਲ ਕਰਦੇ ਹਾਂ, ਤੇ ਨਾ ਹੀ ਜਿਹੜਾ ਆ ਸਰਕਾਰ ਉਹਨਾਂ ਵਿਰੁੱਧ ਜਿਹੜੀ ਆ ਇਸ ਤਰ੍ਹਾਂ ਦੀ ਸਖਤ ਕਾਰਵਾਈ ਕਰੇਗੀ ਜਿਹੜੇ ਹਲਕੇ ਫੁਲਕੇ ਜਿਹੜੇ ਗੀਤ ਉਹ ਪੇਸ਼ ਕਰਨਗੇ। ਪਰ ਜੇ ਜਿਹੜਾ ਆ ਗਨ ਕਲਚਰ ਨੂੰ ਪ੍ਰਮੋਟ ਕਰਨਗੇ ਜਾਂ ਭੜਕਾਊ ਗੀਤ ਜਿਹੜੇ ਉਹ ਕਰਨਗੇ, ਉਹਨਾਂ ਖਿਲਾਫ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਉਹ ਲਗਾਤਾਰ ਜਿਹੜੀ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ। ਜੀ, ਤੇ ਅਗਲੀ ਖਬਰ ਹੈ ਕਿ ਦਿਨ ਪ੍ਰਤੀ ਦਿਨ ਧੋਖੇਬਾਜ਼ ਤੇ ਨਵੀਆਂ ਤਰਕੀਬਾਂ ਨਾਲ ਲੋਕਾਂ ਨੂੰ ਲੁੱਟਣ ਤੇ ਧੋਖੇ ਦਾ ਸ਼ਿਕਾਰ ਬਣਾ ਰਹੇ ਨੇ। ਤੇ ਅਸੀਂ ਇੱਕ ਅੱਗੇ ਗੱਲ ਕਵਾਂਗੇ ਕਿ ਹਾਲ ਹੀ ਵਿੱਚ ਨਕਲੀ ਅਫਸਰ ਬਣ ਕੇ ਲੋਕਾਂ ਨੂੰ ਲੁੱਟਣ ਵਾਲਿਆਂ ਦੀ ਖਬਰਾਂ ਵੀ ਬਹੁਤ ਸੁਣੀਆਂ ਹੋਣਗੀਆਂ, ਪਰ ਜੋ ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਉਹ ਤੁਹਾਡੇ ਹੋਸ਼ ਉਡਾ ਸਕਦੀ ਹੈ। ਕਿਸੇ ਧੋਖੇਬਾਜ਼ ਨੇ ਕੋਈ ਆਮ ਅਫਸਰ ਜਾਂ ਪੁਲਿਸ ਬਣ ਕੇ ਨਹੀਂ, ਸਗੋਂ ਸਿੱਧਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਬਣ ਕੇ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਤੇ ਜਾਣਕਾਰੀ ਮੁਤਾਬਕ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਨਕਲ ਕਰਨ ਵਾਲੇ ਵਿਅਕਤੀ ਨੇ ਕਥਿਤ ਤੌਰ ਤੇ ਵਿਧਾਨ ਸਭਾ ਸਕੱਤਰੇਤ ਦੇ 2 ਅਧਿਕਾਰੀਆਂ ਨੂੰ ਈ-ਪੇ ਗਿਫਟ ਕਾਰਡ ਭੇਜਣ ਲਈ ਕਹਿ ਕੇ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਜਿਸਨੇ ਸੰਧਵਾ ਦੀ ਡੀਪੀ ਵੀ ਲਗਾ ਲਈ ਸੀ ਤੇ ਕਥਿਤ ਤੌਰ ਤੇ 2 ਸੀਨੀਅਰ ਅਧਿਕਾਰੀਆਂ ਨੂੰ ਇੱਕ ਵੱਖਰੇ ਨੰਬਰ ਤੇ ਮੈਸੇਜ ਭੇਜੇ, ਜਿਸ ਵਿੱਚ ਕਿਹਾ ਗਿਆ ਕਿ ਉਹ ਇੱਕ ਮੀਟਿੰਗ ਵਿੱਚ ਸੀ ਤੇ ਆਪਣਾ ਨਿਯਮਿਤ ਫੋਨ ਜੋ ਹੈ ਨਹੀਂ ਵਰਤ ਸਕਦਾ ਸੀ। ਉਸਨੇ 1 ਘੰਟੇ ਦੇ ਅੰਦਰ ਈ-ਪੇ ਗਿਫਟ ਕਾਰਡਾਂ ਦੀ ਮੰਗ ਕੀਤੀ। ਜਦੋਂ ਇੱਕ ਅਧਿਕਾਰੀ ਨੂੰ ਸ਼ੱਕ ਹੋਇਆ ਤੇ ਉਸਨੇ ਉਸ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਨੇ ਜੋ ਮੰਗ ਹੈ ਉਹ ਮੰਨ ਲਈ। ਤੇ ਹਾਲਾਂਕਿ ਜਿਸ ਮੁਸਤੈਦੀ ਨਾਲ ਦੋਸ਼ੀ ਨੇ ਗਿਫਟ ਕਾਰਡਾਂ ਦੀ ਮੰਗ ਕੀਤੀ, ਉਸਨੇ ਵੀ ਸ਼ੱਕ ਪੈਦਾ ਕਰ ਦਿੱਤਾ ਸੀ। ਬਿਲਕੁਲ ਜੀ, ਉਸ ਨੂੰ ਜਿਹੜਾ ਹੈ ਕਿ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਦੀਆਂ ਜਿਹੜੀਆਂ ਚੋਰੀਆਂ ਠੱਗੀਆਂ ਪੰਜਾਬ ਦੇ ਵਿੱਚ ਆਮ ਚੱਲਦੀਆਂ ਨੇ। ਅਲੱਗ-ਅਲੱਗ ਫੋਨ ਨੰਬਰਾਂ ਤੋਂ ਕਦੀ ਜਿਹੜੇ ਆ ਫੋਨ ਪੇ ਦੀ ਗੱਲ ਕੀਤੀ ਜਾਂਦੀ, ਕੋਡ ਦੀ ਦੱਸਣ ਦੀ ਗੱਲ ਕੀਤੀ ਜਾਂਦੀ ਹੈ, ਕਦੀ ਪੈਸੇ ਚੁਰਾ ਲਏ ਜਾਂਦੇ ਨੇ। ਤੇ ਇਹਨਾਂ ਦੇ ਉੱਤੇ ਜਿਹੜੀ ਆ ਨੱਥ ਪਾਉਣ ਦੀ ਜਿਹੜੀ ਆ ਉਹ ਜ਼ਰੂਰਤ ਹੈ ਜੀ। ਤੇ ਰੋਹਿਤ ਜੀ, ਹੁਣ ਸਾਡੇ ਸ਼ੋਅ ਦਾ ਜਿਹੜਾ ਆ ਸਮਾਂ ਸਮਾਪਤ ਹੋ ਰਿਹਾ ਆ ਤੇ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਆਪਾਂ ਦਰਸ਼ਕਾਂ ਤੋਂ ਲਈਏ ਇਜਾਜ਼ਤ। ਜੀ ਬਿਲਕੁਲ ਜੀ, ਬਿਲਕੁਲ ਸਤਿ ਸ਼੍ਰੀ ਅਕਾਲ ਜੀ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।